ਵੇਖੀਏ ਸਭ ਤੋਂ ਪਹਿਲਾਂ ਤੇ ਪਰਚੇ ਫਿਰ ਕੈਪਟਨ ਸਾਹਿਬ ਦੇ ਉੱਤੇ ਵੀ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਦੀ ਪੋਤਰੀ ਦਾ ਵਿਆਹ ਸੀਗਾ, ਉੱਥੇ ਬਹੁਤ ਵੱਡੀ ਇਕੱਠ ਵੀ ਹੋਇਆ ਸੀ। ਫਿਰ ਇਹਦਾ ਮਤਲਬ ਮੋਦੀ ਗਵਰਨਮੈਂਟ ਦੇ ਉੱਤੇ ਵੀ ਬੀਜੇਪੀ ਦੇ ਉੱਤੇ ਵੀ ਪਰਚੇ ਹੋਣੇ ਚਾਹੀਦੇ ਆ। ਬੰਗਾਲ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਚੱਲ ਰਹੀਆਂ ਨੇ, ਇੰਨਾ ਵੱਡਾ ਪੱਧਰ ਦੇ ਉੱਤੇ ਇਕੱਠਾ ਹੋ ਰਿਹਾ ਹੈ। ਰਾਤ ਨੂੰ ਕਰੋਨਾ ਆਉਂਦਾ, ਦਿਨੇ ਕਰੋਨਾ ਭੱਜ ਜਾਂਦਾ ਇਹਨਾਂ ਦਾ। ਇੰਨੀ ਸਿਹਤ ਦਾ ਖਿਆਲ ਆ ਸਾਡੇ ਲੋਕਾਂ ਦੀ। ਤੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੋਰਚੇ ਦੇ ਉੱਤੇ ਬਜ਼ੁਰਗ ਬਾਪੂ ਬੈਠੇ ਨੇ, ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ, ਸਾਡੇ ਆਗੂ ਬੈਠੇ ਨੇ, ਉਹਨਾਂ ਬਾਰੇ ਸੋਚਣਾ ਚਾਹੀਦਾ ਆ। ਸਾਡੇ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਇਹ ਆਪਣੇ ਨਵੇਂ ਸਕੀਮਾਂ ਲੈ ਕੇ ਆਉਂਦੇ ਨੇ। ਮੈਨੂੰ ਪੋਲਿਟਿਕਸ 'ਚ ਕੋਈ ਇੰਟਰਸਟ ਨਹੀਂ ਹੈ। ਮੈਂ ਕਾਂਗਰਸ ਦੇ ਖਿਲਾਫ ਵੀ ਬੋਲਦੀ ਹਾਂ, ਮੈਂ ਬੀਜੇਪੀ ਦੇ ਖਿਲਾਫ ਵੀ ਬੋਲਦੀ ਹਾਂ, ਅਕਾਲੀ ਦਲ ਦੇ ਖਿਲਾਫ ਵੀ ਬੋਲਦੀ ਹਾਂ, ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੋਲਦੀ ਹਾਂ। ਮੈਂ ਸਾਰਿਆਂ ਦੇ ਖਿਲਾਫ ਬੋਲਦੀ ਹਾਂ ਕਿਉਂਕਿ ਇਹਨਾਂ ਸਾਰੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਵਾਸਤੇ ਕੁਛ ਨਹੀਂ ਕੀਤਾ। ਔਰ ਜੋ ਮੇਰੇ ਦਿਲੋਂ ਆਉਂਦਾ, ਮੈਂ ਕਿਸਾਨ ਦੀ ਧੀ ਹਾਂ ਔਰ ਕਿਸਾਨਾਂ ਦੇ ਹੱਕਾਂ ਵਾਸਤੇ ਹਮੇਸ਼ਾ ਲੜਦੀ ਰਹੂੰਗੀ। ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਹੈ, 19 ਤਰੀਕ ਨੂੰ ਅਸੀਂ ਕਿਸਾਨੀ ਸਭਾ ਰੱਖ ਰਹੇ ਹਾਂ ਕੁੱਕੜਾਂ ਵਾਲੇ ਸਟੇਡੀਅਮ ਦੇ ਵਿੱਚ, ਜਿੱਥੇ ਸਾਡੇ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਰਾਜੇਵਾਲ ਸਿੰਘ ਔਰ ਕੁਲਵੰਤ ਸਿੰਘ ਸੰਧੂ ਔਰ ਰਾਜਸਥਾਨ ਤੋਂ ਅਮਰਾ ਰਾਓ ਜੀ, ਬਹੁਤ ਸਾਰੇ ਲੀਡਰਸ ਜਿਹੜੇ ਕਿ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦਿੱਲੀ ਹੁੰਦੇ ਨੇ, ਉਹ ਪਹੁੰਚਣਗੇ। ਨਾਲ ਹੀ ਸਾਡੇ ਜਿਹੜੇ ਸਿੰਗਰਸ ਪਹਿਲੇ ਦਿਨ ਤੋਂ ਕਿਸਾਨੀ ਮੋਰਚੇ ਦੇ ਨਾਲ ਜੁੜੇ ਹੋਏ ਨੇ, ਕਨਵਰ ਗਰੇਵਾਲ ਜੀ ਹੋ ਗਏ, ਹਰਫ ਹੋ ਗਿਆ, ਗਲਬ ਵੜੈਚ ਹੋ ਗਿਆ, ਜਿੰਮੀ ਕਲੇਰ ਹੋ ਗਏ, ਲਖਵਿੰਦਰ ਵਡਾਲੀ, ਜਾਰਡਨ ਸੰਧੂ, ਸਾਰੇ ਉੱਥੇ ਪਹੁੰਚਣਗੇ। ਮੈਂ ਜਿਨ੍ਹਾਂ ਦਾ ਨਾਮ ਮਿਸ ਕਰ ਗਈ, ਆਮ ਸੌਰੀ। ਸਿੰਘਾ ਵੀ ਪਹੁੰਚੂਗਾ। ਸੋ ਅਸੀਂ ਉਸ ਦਿਨ ਕਿਸਾਨੀ ਹੱਕਾਂ ਦੀਆਂ ਗੱਲਾਂ ਕਰਾਂਗੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇੱਥੇ ਮਾਝੇ ਦੇ ਵਿੱਚ ਕੋਈ ਵੀ ਕਿਸਾਨੀ ਪੰਚਾਇਤ ਨਹੀਂ ਹੋਈ ਸੀਗੀ ਔਰ ਖਾਸ ਕਰਕੇ ਸਾਡੇ ਅਜਨਾਲੇ ਰਾਜਸਥਾਨੀ ਦੇ ਵਿੱਚ ਨਹੀਂ ਹੋਈ ਸੀਗੀ ਔਰ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸਿਆਸੀ ਰੈਲੀਆਂ ਹੋ ਰਹੀਆਂ ਸੀਗੀਆਂ ਜਿਹੜੀਆਂ ਕਿ ਸਾਡੇ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਵਾਲੀ ਗੱਲ ਹੈ। ਸੋ ਉਸ ਵਿਸ਼ੇ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਦੋਂ ਤੱਕ ਸਾਡੇ 3 ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਤੁਸੀਂ ਸਿਰਫ ਕਿਸਾਨੀ ਝੰਡੇ ਦੇ ਥੱਲੇ ਆਪਣਾ ਸਮਰਥਨ ਦਿਓ ਕਿਉਂਕਿ ਸਾਡੇ ਬਹੁਤ ਸਾਰੇ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਸਾਡੇ ਬਾਪੂ ਜੀ ਹੁਣੀਆਂ ਉਹਨਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਨੇ, ਸਾਡੇ 26 ਤਰੀਕ ਨੂੰ ਵੀ ਬਹੁਤ ਸਾਰੇ ਭਰਾ ਜੇਲ੍ਹਾਂ ਦੇ ਅੰਦਰ ਗਏ ਨੇ। ਸੋ ਕਮ ਸੇ ਕਮ ਆਪਾਂ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਔਰ ਨਾਲ ਹੀ ਆਪਾਂ ਵੇਖੋ ਸਰਦੀਆਂ ਤੋਂ ਗਰਮੀਆਂ ਆ ਗਈਆਂ, ਹੁਣ ਸਾਰਿਆਂ ਨੂੰ ਇਕੱਠੇ ਜੁੜ ਕੇ ਇਕੱਠੇ ਘਰੋਂ ਨਿਕਲਣਾ ਚਾਹੀਦਾ ਹੈ ਕਿਉਂਕਿ ਮਾਝਾ ਬਹੁਤ ਪਿੱਛੇ ਆ ਹਜੇ ਮਾਲਵੇ ਦੇ ਐਜ਼ ਕੰਪੈਰੇਟਿਵਲੀ। ਤੁਸੀਂ ਹਰਿਆਣਾ ਦੇਖੋ, ਸਾਡੇ ਨਾਲ ਜੁੜਿਆ ਸੀਗਾ। ਅੱਜ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੁੰਦਿਆਂ ਹੋਇਆਂ ਵੀ ਖੱਟਰ ਦਾ ਹੈਲੀਕਾਪਟਰ ਤੱਕ ਨਹੀਂ ਉਤਰਨ ਦਿੰਦੇ ਕਿਉਂਕਿ ਉਹ ਇੰਨੇ ਜ਼ਿਆਦਾ ਆਪਣੇ ਮਜ਼ਬੂਤ ਇਰਾਦੇ ਦੇ ਨਾਲ ਚੱਲੇ ਨੇ। ਹੋਰ ਮੇਰੇ ਨਾਲ ਅੱਜ ਨੇ ਜੋਗਿੰਦਰ ਸਿੰਘ ਉਗਰਾਹਾਂ ਜੀ ਦੀ ਉਗਰਾਹਾਂ ਜਥੇਬੰਦੀ ਦੇ ਸੂਬੇ ਪ੍ਰਧਾਨ ਔਰ ਨਾਲ ਹੀ ਇਹ ਵੀ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਨੇ, ਨਾਲ ਪਰਵਿੰਦਰ ਜੀ, ਨਾਲ ਮੇਰੇ ਮਾਸਟਰ ਜੀ ਬੇਅੰਤ ਸਿੰਘ, ਮੇਜਰ ਜਨਰਲ ਸ਼ਵੇਕ ਸਿੰਘ ਜੀ ਦੇ ਬ੍ਰਦਰ। ਸੋ ਇਹ ਸਮਾਗਮ ਜਿਹੜਾ ਕੁੱਕੜਾਂ ਵਾਲੇ ਕਰਾਇਆ ਜਾ ਰਿਹਾ ਹੈ, ਇਹ ਸਭ ਤੋਂ ਪਹਿਲਾਂ ਆਪਾਂ ਹਰ ਸਾਲ ਮੇਰੇ ਫਾਦਰ ਸਾਹਿਬ ਦੀ ਬਰਸੀ ਮਨਾਉਂਦੇ ਸੀਗੇ, ਪਰ ਇਸ ਸਾਲ ਮੈਂ ਸੋਚਿਆ ਵੀ ਉਹ ਬਰਸੀ ਦੀ ਜਗ੍ਹਾ 'ਤੇ ਇਹ ਇੱਕ ਕਿਸਾਨੀ ਸਭਾ ਕਰਵਾਈ ਜਾਵੇ ਜਿੱਥੇ ਸਾਰੇ ਲੀਡਰਸ ਨੂੰ ਸੱਦਿਆ ਜਾਵੇ ਔਰ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ। ਜੀ ਸੈਕਿੰਡ ਵੇਵ ਚੱਲ ਰਹੀ ਹੈ ਕਰੋਨਾ ਦੀ, लगातार पाबंदियां लगाई जा रही हैं, क्या सोचते हो जी इतने तुम रैली करने जा रहे हो, पाबंदी लगाई हुई है, पाबंदी लगा भी डाली गई है जिला प्रशासन वालों की, किसी वाला भी 144 लागू कर दी गई है, समझते हो भी पर्चे हो सकते हैं जो उसके 10 इकट्ठा किया गया। ਵੇਖੀਏ ਸਭ ਤੋਂ ਪਹਿਲਾਂ ਤੇ ਪਰਚੇ ਫਿਰ ਕੈਪਟਨ ਸਾਹਿਬ ਦੇ ਉੱਤੇ ਵੀ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਦੀ ਪੋਤਰੀ ਦਾ ਵਿਆਹ ਸੀਗਾ, ਉੱਥੇ ਬਹੁਤ ਵੱਡੀ ਇਕੱਠ ਵੀ ਹੋਇਆ ਸੀਗਾ। ਉਹ ਤੋਂ ਕਰੋਨਾ ਕਿੱਥੇ ਗਿਆ ਸੀਗਾ। ਨਵੀਆਂ ਗਾਈਡਲਾਈਨਸ ਤੇ ਫਿਰ ਬਾਅਦ ਦੇ ਵਿੱਚ ਆਪਣੇ ਅਕੋਰਡਿੰਗਲੀ ਆ ਜਾਂਦੀਆਂ ਨੇ। ਫਿਰ ਇਹਦਾ ਮਤਲਬ ਮੋਦੀ ਗਵਰਨਮੈਂਟ ਦੇ ਉੱਤੇ ਵੀ ਬੀਜੇਪੀ ਦੇ ਉੱਤੇ ਵੀ ਪਰਚੇ ਹੋਣੇ ਚਾਹੀਦੇ ਆ। ਬੰਗਾਲ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਚੱਲ ਰਹੀਆਂ ਨੇ, ਇੰਨਾ ਵੱਡਾ ਪੱਧਰ ਦੇ ਉੱਤੇ ਇਕੱਠਾ ਹੋ ਰਿਹਾ ਹੈ, ਤੁਸੀਂ ਦੇਖ ਹੀ ਰਹੇ ਹੋ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਆਪਣੇ ਉੱਤੇ ਪਰਚੇ ਕਰਨੇ ਚਾਹੀਦੇ, ਫਿਰ ਸਾਡੇ ਕਿਸਾਨਾਂ ਦੇ ਉੱਤੇ ਕਰਨ। ਕਿਸਾਨਾਂ ਨੂੰ ਤੇ ਹਰ ਇੱਕ ਚੀਜ਼ ਦੇ ਵਿੱਚ ਖਿੱਚ ਲੈਂਦੇ ਨੇ, ਹਰ ਇੱਕ ਗੱਲ ਦੇ ਉੱਤੇ। ਤੇ ਜੇ ਕਰੋਨਾ ਬਿਮਾਰੀ ਇੰਨੀ ਕੀ ਘਾਤਕ ਹੈ, ਰਾਤ ਨੂੰ ਕਰੋਨਾ ਆਉਂਦਾ, ਦਿਨੇ ਕਰੋਨਾ ਭੱਜ ਜਾਂਦਾ ਇਹਨਾਂ ਦਾ। ਇਹ ਕੀ ਗੱਲ ਆ? ਬੱਚਿਆਂ ਦੀ ਇਹਨਾਂ ਨੇ ਪੜ੍ਹਾਈ ਖਰਾਬ ਕੀਤੀ ਹੋਈ ਹੈ, ਸਕੂਲ ਖਰਾਬ ਕੀਤੇ ਹੋਏ ਨੇ। ਆਪਾਂ ਵੀ 3.5 ਮਹੀਨੇ 4 ਮਹੀਨੇ ਤੋਂ ਉੱਥੇ ਹੈਗੇ ਆ। ਜੇ ਕਰੋਨਾ ਹੈਗਾ ਵੀ ਹੈ, ਮੈਂ ਕਹਿੰਦੀ ਉਹ ਮਾਈਨਰ ਆ, ਵੀ ਤੁਸੀਂ ਆਪਣਾ ਇਮਿਊਨ ਸਿਸਟਮ ਠੀਕ ਰੱਖੋ, ਆਪਣੀ ਸਿਹਤ ਦਾ ਖਿਆਲ ਰੱਖੋ, ਠੀਕ ਹੋ ਜਾਂਦਾ ਆ। ਇਹ ਜਿਹਾ ਨਹੀਂ ਆ ਵੀ ਜਿੰਨਾ ਇਹਨਾਂ ਨੇ ਹਵਾ ਬਣਾਇਆ ਆ। ਇੱਕ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਨੂੰ ਇੰਨੀ ਸਿਹਤ ਦਾ ਖਿਆਲ ਆ ਸਾਡੇ ਲੋਕਾਂ ਦੀ, ਤੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੋਰਚੇ ਦੇ ਉੱਤੇ ਬਜ਼ੁਰਗ ਬਾਪੂ ਬੈਠੇ ਨੇ, ਸਾਡੀਆਂ ਮਾਵਾਂ ਭੈਣਾਂ ਬੈਠੀਆਂ ਨੇ, ਸਾਡੇ ਆਗੂ ਬੈਠੇ ਨੇ, ਉਹਨਾਂ ਬਾਰੇ ਸੋਚਣਾ ਚਾਹੀਦਾ ਆ। ਸੈਂਟਰਲ ਗਵਰਨਮੈਂਟ ਨੂੰ, ਸਾਡੇ ਇੱਥੋਂ ਦੇ ਸਟੇਟ ਦੇ CM ਨੂੰ ਚਿੱਠੀ ਪੱਤਰ ਲਿਖਣਾ ਚਾਹੀਦਾ ਹੈ ਵੀ ਉਹਨਾਂ ਦੀ ਸਿਹਤ ਦੇ ਖਿਆਲ ਨੂੰ ਰੱਖਦੇ ਹੋਏ ਤੁਸੀਂ ਇਹ ਜਿਹੜੇ ਕਾਨੂੰਨ ਆ ਇਹ ਰੱਦ ਕਰ ਦਿਓ। ਤੇ ਆਪਾਂ ਨੂੰ ਕੋਈ ਸ਼ੌਂਕ ਥੋੜਾ ਨਾ ਆ ਵੀ ਆਪਾਂ ਉੱਥੇ ਸੜਕਾਂ ਦੇ ਉੱਤੇ ਬੈਠੇ ਆ। ਕੋਈ ਵੀ ਹਿਊਮੈਨਿਟੀ ਸਭ ਤੋਂ ਪਹਿਲਾਂ ਆਉਂਦੀ ਆ, ਫਿਰ ਕੋਈ ਕਾਨੂੰਨ ਆਉਂਦੇ ਨੇ। ਜੇ ਆਪਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਹੈਗੇ ਤੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ, ਨਾਲੇ ਸਿਹਤ ਨਾਲ ਉੱਤੇ ਨਹੀਂ ਹੋਣੇ ਚਾਹੀਦੇ। ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਾਨੂੰਨ ਰਾਸ ਨਹੀਂ ਆ ਰਹੇ, ਬਾਕੀ ਕਿਸੇ ਵੀ ਦੇਖ ਲਓ ਕਿਸਾਨ ਸਾਰੇ ਖੁਸ਼ ਨੇ ਇਹਨਾਂ ਨੂੰ।
ਕਾਨੂੰਨਾਂ ਨੂੰ ਲੈ ਕੇ? ਮੈਨੂੰ ਤਾਂ ਨਹੀਂ ਦਿਖ ਰਹੇ ਵੀ ਕਿਤੇ ਖੁਸ਼ ਨੇ। ਮੈਂ ਯੂਪੀ ਦੀ ਮਹਾਪੰਚਾਇਤ ਦੇ ਵਿੱਚ ਗਈ ਆ, ਮੈਂ ਰਾਜਸਥਾਨ ਦੀ ਮਹਾਪੰਚਾਇਤ ਦੇ ਵਿੱਚ ਗਈ ਆ, ਉੱਥੇ ਇੰਨੀਆਂ ਵੱਡੀਆਂ ਵੱਡੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ, ਉੱਥੇ ਲੋਕੀ ਇਕੱਠੇ ਹੋ ਰਹੇ ਨੇ। ਯੂਪੀ ਦੇ ਕਿਸਾਨ ਐਮਐਸਪੀ ਤੋਂ ਦੁਖੀ ਨੇ, ਉੱਥੇ ਜਿਹੜੀ ਮੱਕਾ ਦਾ ਰੇਟ 2200 ਦਾ ਸੀਗਾ ਅੱਜ ਉੱਥੇ 800 900 ਦੇ ਉੱਤੇ ਵਿਕ ਰਿਹਾ। ਕਿੱਥੋਂ ਖੁਸ਼ ਨੇ? ਉਹਨਾਂ ਨੇ ਧਰਨੇ ਲਾਏ ਹੋਏ ਨੇ। ਅੱਜ ਯੂਪੀ ਦੇ ਗਾਜ਼ੀਪੁਰ ਬਾਰਡਰ ਤੇ ਟਿਕੈਤ ਸਾਹਿਬ ਨਹੀਂ ਬਹਿੰਦੇ ਤੇ ਅੱਜ ਬਚਣਾ ਸੀਗਾ ਉਹ ਮੋਰਚਾ। ਸੋ ਇਹ ਗੱਲਾਂ ਕੀਤੀਆਂ। ਗਵਰਨਮੈਂਟ ਦਾ ਕੰਮ ਹੈ ਇਸ ਇਹਦੇ ਵਿੱਚ ਵਿਘਨ ਪਾਉਣਾ। ਪਹਿਲੋਂ ਉਹ ਧਰਮ ਦੇ ਨਾਂ ਦੇ ਉੱਤੇ ਪਾ ਰਹੇ ਸੀਗੇ, ਕਿਸੇ ਤਰੀਕੇ ਦੇ ਨਾਲ ਸਾਨੂੰ ਖਾਲਿਸਤਾਨੀ ਸ਼ੋਅ ਕਰ ਦੇਣ ਜਾਂ ਸਾਨੂੰ ਕਾਮਰੇਡ ਸ਼ੋਅ ਕਰ ਦੇਣ ਜਾਂ ਸਾਨੂੰ ਮਾਓਵਾਦੀ ਸ਼ੋਅ ਕਰ ਦੇਣ। ਫਿਰ ਇਹਨਾਂ ਨੇ ਸੋਚਿਆ ਵੀ ਹਰਿਆਣੇ ਦੇ ਨਾਲ ਇਹਨਾਂ ਦਾ ਮੁੱਦਾ ਕਿਵੇਂ ਕ੍ਰੀਏਟ ਕੀਤਾ ਜਾਵੇ। SYL ਦਾ ਮੁੱਦਾ ਇਹਨਾਂ ਨੇ ਚੱਕ ਕੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹਨਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਆ ਉਹ ਸਫਲ ਨਹੀਂ ਹੋ ਰਹੀਆਂ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਕਿਸਾਨੀ ਅੰਦੋਲਨ ਨੂੰ ਖਰਾਬ ਕਰਨ ਵਾਸਤੇ ਇਹ ਆਪਣੇ ਨਵੇਂ ਸਕੀਮਾਂ ਲੈ ਕੇ ਆਉਂਦੇ ਨੇ, ਨਵੇਂ ਏਜੰਟ ਵਿੱਚ ਘੁਸਾਉਂਦੇ ਨੇ। ਕਿਉਂਕਿ ਹਜੇ ਮੈਂ ਬਾਕੀ ਚਾਹੁੰਦੀ ਹਾਂ ਵੀ ਬਾਕੀ ਸਾਡੇ ਟਿੱਕਰੀ ਬਾਰਡਰ ਤੇ ਕੁਝ ਝੌਂਪੜੀਆਂ ਜਿਹੜੀਆਂ ਕਿਸਾਨਾਂ ਨੇ ਬਣਾਈਆਂ ਉਹਨਾਂ ਨੂੰ ਅੱਗ ਲੱਗ ਗਈ ਹੈ। ਕਿਆ ਤੁਸੀਂ ਸਮਝਦੇ ਹੋ ਸਾਜ਼ਿਸ਼ਾਂ ਹੀ ਹੈ ਕਿ ਵੈਸੇ ਲੱਗ ਗਈ ਅੱਗ? ਕੀ ਕਹਿਣਾ ਚਾਹੁੰਦੇ ਬੀਤੀ ਹੋ? ਰਾਤ ਅੱਗ ਲੱਗ ਗਈ। ਉਹਦੇ ਸਾਜ਼ਿਸ਼ ਵੀ ਹੋ ਸਕਦੀ ਆ, ਕੁਦਰਤੀ ਕੋ ਮਤਲਬ ਕੋਈ ਅਚਾਨਕ ਵੀ ਲੱਗ ਸਕਦੀ ਆ, ਕਿਉਂਕਿ ਜਿੱਥੇ ਲੋਕ ਬੈਠੇ ਨੇ ਇੰਨੇ ਚਿਰ ਤੋਂ ਲੰਮੇ ਸਮੇਂ ਤੋਂ ਬੈਠੇ ਆ, ਉਹਨਾਂ ਦਾ ਜੇ ਖਿਆਲ ਕਰਦੀ ਹੁੰਦੀ ਸਰਕਾਰ ਅੱਜ ਨੂੰ ਉਹਨਾਂ ਨੂੰ ਘਰੋਂ ਘੱਲ ਦੇਣਾ ਚਾਹੀਦਾ ਹੈ। ਕਿਉਂਕਿ ਗਰਮੀ ਦੀ ਰੁੱਤ ਆ। ਅੱਜ ਕੱਲ ਕੱਖਾਂ ਨੂੰ ਜਿਹੜਾ ਬਿਨਾਂ ਤੀਲੀ ਤੋਂ ਅੱਗ ਜਿਹੜੇ ਲੱਗਣ ਵਾਲੇ ਕੱਖ ਹੋਏ ਹੁੰਦੇ ਨੇ, ਕੱਖਾਂ ਦੇ ਘਰ ਬਣਾਏ ਨੇ ਜਿਹਦੇ ਵਿੱਚ ਲੋਕ ਰਹਿੰਦੇ ਨੇ। ਇਹੋ ਜਿਹਾ ਹਾਦਸਾ ਜਿਹੜਾ ਇਹਦੋਂ ਅੱਗੇ ਵੀ ਇਹਦੇ ਸਿਆਸਤ ਵੀ ਹੋ ਸਕਦੀ ਆ। ਉਹ ਇਹਦਾ ਪਤਾ ਲੱਗ ਜੂਗਾ 1-2 ਦਿਨ ਦੇ ਵਿੱਚ ਵੀ ਇਹ ਕੀ ਆ। ਇਹ ਸਰਕਾਰ ਨੂੰ ਸੋਚਣਾ ਚਾਹੀਦਾ। ਸੈਂਟਰ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਕਹਿਤਾ ਹੈ ਕਿ ਕਿਸਾਨ ਪਹਿਲੇ ਪਿਆਰ ਨਾਲ ਸਮਝਾਓ, ਨਹੀਂ ਸਮਝਦੇ ਤੇ ਇਹਨਾਂ ਤੇ ਬਲ ਦਾ ਇਸਤੇਮਾਲ ਕਰੋ, ਇਹਨਾਂ ਨੂੰ ਇੱਥੋਂ ਕੱਢੋ। ਇਹਨਾਂ ਨੂੰ ਸਰਕਾਰ ਕੋਲੇ 2 ਹੀ ਹੀਲੇ ਹੁੰਦੇ ਨੇ। ਇੱਕ ਤੇ ਵੀ ਉਹਨਾਂ ਤੇ ਪਰਚੇ ਪਾਏ ਜਾਣ, ਜੇਲ੍ਹ ਹੀ ਡੱਕਿਆ ਜਾਏ, ਡੰਡਾ ਫੇਰ ਕੇ ਡਾਂਗ ਦੇ ਜ਼ੋਰ ਨਾਲ ਦਬਾਇਆ ਜਾਏ। ਪਰ ਜਿਹੜੀ ਢਿੱਡ ਦੀ ਭੁੱਖ ਆ ਉਹ ਕਦੇ ਵੀ ਡੰਡੇ ਦੇ ਨਾਲ ਜਾਂ ਪਰਚੇ ਪਾਉਣ ਦੇ ਨਾਲ ਨਹੀਂ ਮਿਟਣੀ। ਸਾਡੀ ਅੰਦਰਲੀ ਭੁੱਖ ਜਿਹੜੀ ਆ ਉਹ ਰੋਜੀ ਰੋਟੀ ਦੀ ਆ, ਉਹ ਤਾਂ ਹੀ ਬਚਣੀ ਆ ਜੇ ਕਾਲੇ ਕਾਨੂੰਨ ਰੱਦ ਹੋਣਗੇ। ਸਮੁੱਚੇ ਲੋਕਾਂ ਦੀ ਲੜਾਈ ਅੱਜ ਕਿਸਾਨਾਂ ਦੀ ਲੜਾਈ ਨਹੀਂ। ਇਹ ਜਿਹੜੇ ਲੋਕਾਂ ਨੇ ਅਨਾਜ ਖਾਣਾ ਉਹਨਾਂ ਦੀ ਲੜਾਈ ਆ। ਕਾਰਪੋਰੇਟ ਘਰਾਣਿਆਂ ਦਾ ਅਨਾਜ ਤੇ ਕਬਜ਼ਾ ਕਰਾਉਣ ਜਾ ਰਹੀ ਮੋਦੀ ਦੀ ਸਰਕਾਰ। ਸਬਸਿਡੀਆਂ ਖਤਮ ਕਰਕੇ ਸਰਕਾਰੀ ਭਾਅ ਤੋਂ ਭੱਜ ਕੇ ਪ੍ਰਾਈਵੇਟ ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਤੇ ਸਾਨੂੰ ਛੱਡਿਆ ਜਾ ਰਿਹਾ। ਜਿਸ ਤਰ੍ਹਾਂ 11-21 ਤੇ 1509 ਇੱਕ ਸਾਲ 4000 ਨੂੰ ਵਿਕਦੀ, ਉਦੋਂ ਮਗਰੋਂ ਜਦੋਂ ਵਪਾਰੀਆਂ ਨੂੰ ਸਰਮਾਏਦਾਰ ਲੋਕਾਂ ਨੂੰ ਰਜਾਉਣਾ ਹੁੰਦਾ ਉਦੋਂ 1500-1800 ਤੇ ਵਿਕਦੀ ਆ। ਆਉਣ ਵਾਲੇ ਸਮੇਂ ਸਾਰੀਆਂ ਫਸਲਾਂ ਦਾ ਇਹ ਕੋਈ ਕਰਨ ਜਾ ਰਿਹਾ ਵੀ ਵਪਾਰੀ ਸਸਤੀ ਖਰੀਦ ਕੇ ਉਹਨੂੰ ਸਟੋਰ ਕਰੇ। ਸਟੋਰ ਕਰਨ ਤੋਂ ਬਾਅਦ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਮਹਿੰਗੇ ਭਾਅ ਦੇ ਵਿੱਚ ਇਹਨਾਂ ਨੂੰ ਰੱਦ ਕਿਰਾਏ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ। ਇਹ ਰੱਦ ਕਿਰਾਏ ਤੋਂ ਪਿੱਛੇ ਨਹੀਂ ਮੁੜਨਾ। ਉਹ ਚਾਹੇ ਜਿੰਨੀ ਮਰਜ਼ੀ ਹਰਿਆਣਾ ਸਰਕਾਰ ਤਾਕਤ ਲਾ ਲੇ, ਮੋਦੀ ਦੀ ਸਰਕਾਰ ਲਾ ਲੇ, ਉਹਨਾਂ ਦਾ ਤਸ਼ੱਦਦ ਝੱਲਣ ਲਈ ਮਨ ਬਣਾ ਕੇ ਆਪਣੇ ਘਰਾਂ ਤੋਂ ਨਿਕਲੇ ਆ, ਉਹ ਤਿਆਰ ਆ। ਕਿਸਾਨਾਂ ਦਾ ਵੱਡਾ ਨੁਕਸਾਨ ਉੱਥੇ ਹੋ ਰਿਹਾ, ਜਾਨੀ ਨੁਕਸਾਨ ਹੋ ਰਿਹਾ। 150 ਤੋਂ ਜ਼ਿਆਦਾ ਕਿਸਾਨ ਜਿਹੜੇ ਉੱਥੇ ਮਰ ਚੁੱਕੇ ਨੇ। ਵੇਖੋ ਜਦੋਂ ਵੀ ਕੋਈ ਅੰਦੋਲਨ ਚੱਲਦਾ ਸਰਕਾਰ ਦੇ ਖਿਲਾਫ ਲੋਕ ਲੜਾਈ ਲੜਦੇ ਨੇ। ਜਾਨਾਂ ਇਹ ਜਾਣੀਆਂ ਤੈਅ ਹੁੰਦੀਆਂ ਨੇ, ਕਿਤੇ ਵੀ ਜਿਹੜੀ ਜਾਨ ਆ ਉਹ ਜਾ ਸਕਦੀ ਆ। ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੂੰ ਕਰੋਨਾ ਦੇ ਨਾਂ ਤੇ ਡਰਾਉਂਦੇ ਨੇ ਵੀ ਤੁਹਾਡੀ ਜਾਨ ਬੜੀ ਕੀਮਤੀ ਆ, ਮੂੰਹ ਬੰਨ ਲਓ, ਬਾਜੋ, ਘਰਾਂ 'ਚ ਵੜ ਜਾਓ, ਉਹਨਾਂ ਨੂੰ ਬਚਾਉਣ ਲਈ ਇਹ ਕਾਨੂੰਨ ਰੱਦ ਕਰਕੇ ਲੋਕਾਂ ਨੂੰ ਘਰਾਂ ਨੂੰ ਵਾਪਸ ਮੋੜਨਾ ਚਾਹੀਦਾ ਏ। ਇਹਨਾਂ ਮੁਕਤਾਂ ਦਾ ਠੱਪਾ ਜਿਹੜਾ ਸਰਕਾਰ ਤੇ ਲੱਗਦਾ ਉਹ ਸਰਕਾਰ ਦੋਸ਼ੀ ਆ। ਇਹ ਮੁਕਤਾਂ ਨਹੀਂ, ਸਰਕਾਰ ਦੇ ਸਿਰੇ ਕਤਲ ਪੈਣੇ ਚਾਹੀਦੇ ਨੇ। ਸਰਕਾਰ ਸਾਡੇ ਉਲਟ ਬਿੱਲ ਲੈ ਕੇ ਆਈ, ਉਹਦੇ ਖਿਲਾਫ ਸੰਘਰਸ਼ ਚੱਲਿਆ, ਉਹਦੇ ਸਾਡੇ ਲੋਕਾਂ ਦੀਆਂ ਜਾਨਾਂ ਗਈਆਂ ਨੇ, ਅੱਜ ਵੀ ਜਾ ਰਹੀਆਂ ਨੇ। ਇਹਦੀ ਦੋਸ਼ੀ ਕੇਂਦਰ ਦੀ ਸਰਕਾਰ ਮੈਨੂੰ ਹੈ। ਲੱਗਦਾ ਪਹਿਲੇ ਨਾਲੋਂ ਕਿਸਾਨੀ ਜਿਹੜਾ ਸੰਘਰਸ਼ ਚੱਲ ਰਿਹਾ ਸੀ ਪਹਿਲੇ ਨਾਲੋਂ ਥੋੜਾ ਕਮਜ਼ੋਰ ਹੋ ਗਿਆ। ਬਿਲਕੁਲ ਨਹੀਂ ਕਮਜ਼ੋਰ ਹੋਇਆ। ਇਹ ਪੰਜਾਬ ਤੋਂ ਉੱਠਿਆ ਵਾਵਰੋਲਾ ਅੱਜ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਦੁਨੀਆ ਦੇ ਵਿੱਚ ਫੈਲਿਆ। ਹੋਰ ਸਟੇਟਾਂ ਉੱਠੀਆਂ ਨੇ। ਪਹਿਲਾਂ ਟੋਲ ਪਲਾਜ਼ੇ ਪੰਜਾਬ ਦੇ ਫ੍ਰੀ ਹੋਏ, ਫਿਰ ਹਰਿਆਣੇ ਦੇ ਹੋਏ, ਅੱਜ ਯੂਪੀ ਦੇ ਹੋਏ, ਰਾਜਸਥਾਨ ਦੇ ਹੋਏ। ਇਹ ਕਰਕੇ ਦਿਨ ਬ ਦਿਨ ਜਿਹੜਾ ਜਿੰਨਾ ਸਰਕਾਰ ਨੂੰ ਲੰਮਾ ਪਾਊਗੀ ਤੋ ਘੋਲ ਤਿੱਖਾ ਹੋਊਗਾ, ਘਰ ਘਰ ਜਾਊਗੀ ਆਵਾਜ਼। ਤੇ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਦੀਆਂ ਜੜ੍ਹਾਂ ਜਿਹੜੀਆਂ ਉਹ ਚੰਗੀ ਤਰ੍ਹਾਂ ਪੁੱਟੀਆਂ ਜਾਣਗੀਆਂ। ਇਹਨਾਂ ਨੂੰ ਸੋਚਣਾ ਚਾਹੀਦਾ ਜੇ ਇਹਨਾਂ ਨੇ ਜੜ੍ਹਾਂ ਬਚਾਉਣੀਆਂ ਕਾਨੂੰਨ ਰੱਦ ਕਰਕੇ ਲੋਕਾਂ ਨੂੰ ਘਰਾਂ ਨੂੰ ਘੱਲਣਾ ਚਾਹੀਦਾ। ਸੋਨੀ 2022 ਦੀ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ? ਮੈਨੂੰ ਪੋਲਿਟਿਕਸ 'ਚ ਕੋਈ ਇੰਟਰਸਟ ਨਹੀਂ ਹੈਗਾ। ਮੈਂ ਆਪਣੀ ਕਲਾਕਾਰੀ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਠੀਕ ਆ। ਮੈਂ ਕਾਂਗਰਸ ਦੇ ਖਿਲਾਫ ਵੀ ਬੋਲਦੀ ਆ, ਮੈਂ ਬੀਜੇਪੀ ਦੇ ਖਿਲਾਫ ਵੀ ਬੋਲਦੀ ਆ, ਅਕਾਲੀ ਦਲ ਦੇ ਖਿਲਾਫ ਵੀ ਬੋਲਦੀ ਆ, ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੋਲਦੀ ਆ। ਮੈਂ ਸਾਰਿਆਂ ਦੇ ਖਿਲਾਫ ਬੋਲਦੀ ਆ ਕਿਉਂਕਿ ਇਹਨਾਂ ਸਾਰੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਵਾਸਤੇ ਕੁਝ ਨਹੀਂ ਕੀਤਾ। ਕੱਲ ਨੂੰ ਕਿਸਾਨ ਆਪਣਾ ਝੰਡਾ ਚੁੱਕਦੇ ਇਲੈਕਸ਼ਨ ਲੜਦੇ ਰੁਕ ਤੇ ਤੁਸੀਂ ਲੜੋਗੇ ਇਲੈਕਸ਼ਨ? ਵੇਖੋ, ਜੋ ਉਸ ਕਿਸਾਨ ਜਥੇਬੰਦੀਆਂ ਦਾ ਹੁਕਮ ਹੋਊਗਾ, ਜੋ ਕਿਸਾਨ ਸੋਚਣਗੇ, ਜੇ ਕਿਸਾਨ ਖੁਦ ਕਹਿਣਗੇ ਤੇ ਜ਼ਰੂਰ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਕੁਐਸਚਨ ਹੋਊਗਾ, ਜੋ ਵੀ ਉਹ ਮੈਨੂੰ ਕਹਿਣਗੇ, ਜੋ ਉਹਨਾਂ ਦਾ ਇੱਕ ਕਹਿੰਦੇ ਡਿਸੀਜਨ ਹੋਊਗਾ ਸਿਰ ਮੱਥੇ, ਉਵੇਂ ਮੈਨੂੰ ਇਲੈਕਸ਼ਨ ਦੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ। ਮੈਂ ਸਿਰਫ ਲੋਕ ਸੇਵਾ ਕਰ ਰਹੀ ਹਾਂ ਔਰ ਜੋ ਮੇਰੇ ਦਿਲੋਂ ਆਉਂਦਾ, ਮੈਂ ਕਿਸਾਨ ਦੀ ਧੀ ਹਾਂ ਔਰ ਕਿਸਾਨਾਂ ਦੇ ਹੱਕਾਂ ਵਾਸਤੇ ਹਮੇਸ਼ਾ ਲੜਦੀ ਰਹੂੰਗੀ। ਜਿਸ ਪਾਰਟੀ ਦੇ ਨਾਲ ਤੁਹਾਡੇ ਫਾਦਰ ਅਟੈਚ ਸੀ, ਉਹ ਪਾਰਟੀ ਕਹਿੰਦੀ ਹੈ ਕਿ ਇਲੈਕਸ਼ਨ ਲੜੋ ਫਿਰ
ਵੇਖੋ ਮੇਰੀ ਗੱਲ ਸੁਣੋ, ਮੈਨੂੰ ਇਲੈਕਸ਼ਨਸ ਦੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ। ਮੈਂ ਤੁਹਾਨੂੰ ਦੱਸਿਆ ਜਿਵੇਂ ਮੇਰਾ ਇੰਨਾ ਵਧੀਆ ਕਰੀਅਰ ਚੱਲਣ ਡਿਆ ਆ ਫਿਲਮਾਂ ਦਾ, ਮੈਂ ਉਹ ਛੱਡਿਆ ਆ ਹਜੇ ਫਿਲਹਾਲ ਇਸ ਕਰਕੇ ਕਿਉਂਕਿ ਇਹ ਸਾਡੀ ਰੋਟੀ ਦਾ ਸਵਾਲ ਆ, ਸਾਡੇ ਕਿਸਾਨਾਂ ਦਾ ਸਵਾਲ ਆ। ਉਸ ਵਾਸਤੇ ਮੈਂ ਲੜ ਰਹੀ ਹਾਂ ਇਸ ਮੋਰਚੇ। ਜਦੋਂ ਤੱਕ ਇਹ 3 ਕਾਨੂੰਨ ਰੱਦ ਨਹੀਂ ਹੋ ਜਾਂਦੇ, ਸੋਨੀਆ ਮਾਨ ਸਿਰਫ ਦੇ ਸਿਰਫ ਕਿਸਾਨੀ ਝੰਡੇ ਥੱਲੇ ਲੋਕਾਂ ਨੂੰ ਸਪੋਰਟ ਕਰੂਗੀ, ਪਿੰਡਾਂ ਦੇ ਵਿੱਚ ਜਾਗਰੂਕ ਕਰੂਗੀ। ਬਹੁਤ ਸਾਰੀਆਂ ਧਮਕੀਆਂ ਮਿਲੀਆਂ, ਮੇਰੇ ਫਾਦਰ ਸਾਹਿਬ ਨੂੰ ਵੀ ਇਸੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਸੀਗਾ, ਉਹ ਵੀ ਐਵੇਂ ਹੀ ਲੋਕਾਂ ਵਾਸਤੇ ਲੜਦੇ ਸੀਗੇ। ਇਸੇ ਤਰੀਕੇ ਦੀਆਂ ਧਮਕੀਆਂ ਮੈਨੂੰ ਵੀ ਦਿੱਤੀਆਂ ਜਾਂਦੀਆਂ ਨੇ। ਬਹੁਤ ਸਾਰੇ ਇੱਕ ਇੰਜਨ ਮਹਿਕਮਾ ਕੋਈ ਗਰੁੱਪ ਆ USA ਨਿਊਯਾਰਕ ਦਾ, ਜਿਨ੍ਹਾਂ ਨੇ ਗਰੁੱਪ ਬਣਾਇਆ ਹੋਇਆ ਆ, ਰੁਲਦੂ ਮਾਨਸਾ ਜੀ ਨੂੰ ਵੀ ਉਹਨਾਂ ਨੇ ਧਮਕੀਆਂ ਦਿੱਤੀਆਂ ਸੀਗੀਆਂ। ਉਸੇ ਗਰੁੱਪ ਤੋਂ ਮੈਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, IT ਸੈਲਸ ਦੇ ਥਰੂ ਗਾਲਾਂ ਕੱਢੀਆਂ ਜਾਂਦੀਆਂ ਨੇ, ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਔਰ ਅੱਜ ਦੀ ਹੀ ਗੱਲ ਹੈ ਕਿ ਅੱਜ ਅਸੀਂ ਕਿਹੜੇ ਪਿੰਡ ਸੀਗੇ? ਹਾਂ, ਅਵਾਨ ਨੇੜੇ ਅਵਾਨ ਨੇੜੇ ਤੁਹਾਨੂੰ ਦੱਸਣਗੇ ਕਿ ਸਾਡੇ ਨਾਲ ਉੱਥੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਦੋਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦੇ ਹਾਂ, ਕਿਸਾਨੀ ਪੱਖਾਂ ਦੀਆਂ ਗੱਲਾਂ ਕਰਦੇ ਹਾਂ ਕਿ ਅਸੀਂ ਇੱਥੇ ਮਹਾ ਪੰਚਾਇਤ ਰੱਖਣ ਜਾ ਰਹੇ ਹਾਂ। ਬਹੁਤ ਸਾਰੇ ਸਿਆਸੀ ਲੋਕਾਂ ਨੂੰ ਵੀ ਇਸ ਚੀਜ਼ ਦੀ ਪ੍ਰੋਬਲਮ ਆ, ਬਹੁਤ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਆ ਕਿਉਂਕਿ 22 ਦੀਆਂ ਇਲੈਕਸ਼ਨ ਸਿਰ 'ਤੇ ਖੜੀਆਂ ਆ। ਇਹਨਾਂ ਨੂੰ ਲੱਗਦਾ ਕਿ ਅਸੀਂ ਲੋਕਾਂ ਨੂੰ ਇੰਨਾ ਜਾਗਰੂਕ ਨਾ ਕਰੀਏ ਕਿ ਲੋਕੀ ਇੰਨੇ ਜਾਗਰੂਕ ਹੋ ਕੇ ਇਹਨਾਂ ਤੋਂ ਪਿੱਛੇ ਹਟ ਕੇ ਕਿਸਾਨੀ ਝੰਡੇ ਥੱਲੇ ਨਾ ਬਹਿ ਜਾਣ, ਜੋ ਕਿ ਇੱਕ ਮਾਝਾ ਪਿੱਛੇ ਸੀਗਾ, ਆਪਾਂ ਉਹਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ। ਸੋ ਅੱਜ ਦੀ ਘਟਨਾ ਬਾਰੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਪ੍ਰਧਾਨ ਸਾਹਿਬ ਤੁਸੀਂ ਐਕਸਪਲੇਨ ਕਰੋ। ਅੱਜ ਅਸੀਂ ਵੱਡੀ ਮੀਟਿੰਗ ਪਿੰਡ ਵਾਣ ਨੇੜੇ ਰਮਦਾਸ ਦੇ ਵਿੱਚ ਕਰਕੇ ਆਏ ਆ। ਉਹਦੇ ਵਿੱਚ ਸਮੁੱਚੇ ਲੋਕਾਂ ਦਾ ਸਾਡੇ ਨਾਲ ਸੰਯੋਗ ਆ ਵੱਡੀ ਪੱਧਰ ਤੇ। ਉਹਨਾਂ ਨੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣਾ। ਸਿਰਫ 2 ਜਿਹੜੇ ਨੌਜਵਾਨ ਨੇ, ਉਹ ਪਤਾ ਨਹੀਂ ਕਿਹਦੀ ਬਗਲਾਹਟ ਚ ਆਣ ਕੇ, ਕਿਹਦੀ ਸ਼ਰਾਰਤ ਤੇ ਜਾਂ ਇਹਨਾਂ ਸਿਆਸੀ ਲੋਕਾਂ ਦੀ ਸ਼ਹਿ ਤੇ ਉਹਨਾਂ ਨੇ ਉੱਥੇ ਆਣ ਕੇ ਖੱਲਰ ਪਾਇਆ, ਧਮਕੀਆਂ ਦਿੱਤੀਆਂ ਕਿ ਅਸੀਂ ਖਾਲਿਸਤਾਨੀ ਆ, ਤੁਸੀਂ ਖਾਲਿਸਤਾਨੀ ਨਹੀਂ ਜੇ, ਤੁਸੀਂ ਕਾਮਰੇਡ ਜੇ। ਅਸਲ ਦੇ ਵਿੱਚ ਕਾਮਰੇਡ ਕੌਣ ਨੇ, ਖਾਲਿਸਤਾਨੀ ਕੌਣ ਨੇ, ਸੱਚਾ ਸਿੱਖ ਕੌਣ ਆ? ਅਸੀਂ ਆਨੇ ਇਹਦੀ ਪਛਾਣ ਹੋਣੀ ਚਾਹੀਦੀ ਆ ਵੀ ਜਿਹੜਾ ਸੱਚਾ ਸਿੱਖ ਆ ਉਹਦਾ ਫਰਜ਼ ਆ ਵੀ ਹੱਕ ਸੱਚ ਦੇ ਖਿਲਾਫ ਜਿਹੜਾ ਉਹਨਾਂ ਲੋਕਾਂ ਦੀ ਸੋਚ ਦੇ ਉੱਤੇ ਪਹਿਰਾ ਦੇਣਾ। ਕਿਸੇ ਤੇ ਵੀ ਕੋਈ ਜਰਮ ਜ਼ੁਲਮ ਹੁੰਦਾ ਉਹਦੇ ਖਿਲਾਫ ਲੜਨ ਵਾਲਾ ਜਿਹੜਾ ਉਹ ਸੱਚਾ ਸਿੱਖ ਆ। ਜਿਹੜਾ ਘਰੇ ਬੈਠਾ ਹੀ ਆਖੀ ਜਾਂਦਾ ਮੈਂ ਸਿੱਖ ਆ, ਕਿਸੇ ਲਈ ਕੁਝ ਨਹੀਂ ਕਰਦਾ, ਉਹ ਸੱਚਾ ਸਿੱਖ ਨਹੀਂ ਹੋ ਸਕਦਾ। ਸਿੱਖ ਦਾ ਫਰਜ਼ ਬਣਦਾ ਵੀ ਨਾ ਕਿਸੇ ਤੇ ਜ਼ੁਲਮ ਕਰਨਾ, ਨਾ ਕਿਸੇ ਦਾ ਜ਼ੁਲਮ ਝੱਲਣਾ, ਆਪਣੇ ਹੱਕ ਸੱਚ ਦੀ ਖਾਤਰ ਆਪਣੇ ਹੱਥੀਂ ਆਪਣਾ ਕਾਰਜ ਸਵਾਰਨ ਦੀ ਖਾਤਰ ਸੰਘਰਸ਼ ਦੇ ਮੈਦਾਨ 'ਚ ਆਉਣਾ ਚਾਹੀਦਾ। ਇਹ ਜਿਹੜੇ ਲੋਕ ਧਮਕੀਆਂ ਦਿੰਦੇ ਨੇ, ਰੈਲੀ 'ਚ ਖੱਲਰ ਪਾਉਣ ਦੀਆਂ ਗੱਲਾਂ ਕਰਦੇ ਨੇ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਤੇ ਨਕੇਲ ਜਿਹੜੀ ਕੱਸੀ ਜਾਵੇ। ਇਹ ਪੰਜਾਬ ਨੂੰ ਪਹਿਲੇ ਦੌਰ ਦੇ ਵਿੱਚ ਧੱਕਣਾ ਚਾਹੁੰਦੇ ਨੇ, ਉਹਦੇ ਤੋਂ ਬਚਾਉਣ ਦੀ ਖਾਤਰ ਇਹਨਾਂ ਲੋਕਾਂ ਦਾ ਜਿਹੜਾ ਉਹ ਮੂੰਹ ਬੰਦ ਕਰਨਾ ਅਤ ਜ਼ਰੂਰੀ ਆ। ਅੱਜ ਵੀ ਜਿਹੜੇ ਲੋਕਾਂ ਨੇ ਖੱਲਰ ਪਾਇਆ ਉਹਨਾਂ ਦਾ ਅਸੀਂ ਦਿਹਾਤੀ SSP ਸਾਹਿਬ ਨੂੰ ਮਿਲ ਕੇ ਵੀ ਦਰਖਾਸਤ ਜਿਹੜੀ ਆ ਦੇਵਾਂਗੇ ਵੀ ਉਹਨਾਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਏ। ਇਹ ਰੈਲੀ ਦੀ ਜਿਹੜੇ ਅਸੀਂ ਆਨੇ ਆ ਸੁਰੱਖਿਆ ਦੇ ਲਈ ਵੀ ਖੁਫੀਆ ਏਜੰਸੀਆਂ ਨੂੰ ਜਿਹੜਾ ਉਹ ਅੰਦਰਲੀਆਂ ਰਿਪੋਰਟਾਂ ਜਿਹੜੀਆਂ ਉਹਨਾਂ ਨੂੰ ਵੇਖਦੇ ਹੋਇਆ ਇੰਤਜ਼ਾਮ ਜਿਹੜਾ ਪੂਰਾ ਕਰਨਾ ਚਾਹੀਦਾ। ਮੈਂ ਨਾਲ ਹੀ ਇੱਕ ਕੁਐਸਚਨ, ਖਾਲਿਸਤਾਨੀ ਸਮਰਥਕ ਹੈਗੇ ਤੁਹਾਡੇ ਮੂਵਮੈਂਟ ਦਾ ਫਾਇਦਾ ਲੈ ਰਹੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿ ਕੁਝ ਲੋਕ ਐਸੇ ਨੇ ਜਿਹੜੇ ਤੁਹਾਡੇ ਨਾਲ ਹੈਗੇ ਨੇ, ਜਿਹੜੇ ਖਾਲਿਸਤਾਨੀ ਮੂਵਮੈਂਟ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਅਟੈਚ ਰਹੇ ਆ, ਕਿ ਉਹ ਫਾਇਦਾ ਲੈਂਦੇ ਪਏ ਆ ਇਸ ਗੱਲ ਦਾ ਤੁਹਾਡੀ ਮੂਵਮੈਂਟ ਦਾ? ਦੇਖੋ ਸਾਡੇ ਨਾਲ ਕੋਈ ਖਾਲਿਸਤਾਨੀ ਦਾ ਲੈਣਾ ਦੇਣਾ ਨਹੀਂ। ਅਸੀਂ ਨਾ ਇੱਕ ਧਰਮ ਦੀ ਨਾ ਇੱਕ ਜਾਤ ਪਾਤ ਦੀ ਗੱਲ ਕਰਦੇ ਆ। ਅਨਾਜ ਸਾਰੇ ਲੋਕਾਂ ਨੇ ਖਾਣਾ। ਖੇਤੀ ਲੋਕ ਜਿਹੜੇ ਉਹ ਸਿੱਖ ਵੀ ਕਰਦੇ, ਈਸਾਈ ਵੀ ਕਰਦੇ, ਮੁਸਲਮਾਨ ਵੀ ਕਰਦੇ ਨੇ, ਹਿੰਦੂ ਵੀ ਕਰਦੇ ਨੇ। ਖੇਤੀ ਨੂੰ ਬਚਾਉਣ ਦੀ ਗੱਲ ਆ, ਅਨਾਜ ਨੂੰ ਬਚਾਉਣ ਦੀ ਗੱਲ ਆ, ਕਿਰਤੀ ਲੋਕਾਂ ਦੀ ਹੁੰਦੀ ਲੁੱਟ ਬਚਾਉਣ ਦੀ ਖਾਤਰ ਇਹ ਜਥੇਬੰਦੀ ਆ। ਧਰਮ ਤੋਂ ਜਿਹੜੀ ਆ ਨਿਰਪੱਖ ਜਥੇਬੰਦੀ ਆ, ਕਿਰਤੀ ਲੋਕਾਂ ਦੀ ਖਾਤਰ ਲੜਨ ਵਾਲੀ। ਸਾਡੇ ਨਾਲ ਕੋਈ ਖਾਲਿਸਤਾਨੀ ਦਾ ਕਿਸੇ ਦਾ ਕੋਈ ਇਹੋ ਜੀ ਮੰਗ ਨਹੀਂ ਸਾਡੀ, ਨਾ ਉਹਨਾਂ ਨਾਲ ਸਾਡਾ ਕੋਈ ਵਾਸਤਾ, ਨਾ ਹੀ ਇਹ ਅੱਜ ਦੇ ਦੌਰ ਦੇ ਵਿੱਚ ਖਾਲਿਸਤਾਨ ਦੀ ਮੰਗ ਕਰਨੀ ਕਿਸੇ ਦੀ ਬਣਦੀ ਆ। ਕਿਉਂਕਿ ਅੱਜ ਸਮੁੱਚੇ ਲੋਕਾਂ ਦਾ ਏਕਾ ਜਿਹੜਾ ਇਹਨਾਂ ਕਾਨੂੰਨਾਂ ਦੇ ਕੇਂਦਰ ਤੋਂ ਹੋਣਾ ਚਾਹੀਦਾ। ਇਹਨਾਂ ਨੂੰ ਰੱਦ ਕਰਾਉਣ ਤੋਂ ਬਿਨਾਂ ਜਿਹੜਾ ਹੋਰ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜਿਹੜੀ 19 ਨੂੰ ਤੁਸੀਂ ਰੈਲੀ ਕਰਦੀ ਹੈ ਉਹਦੇ ਵਿੱਚ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨਹੀਂ ਪਹੁੰਚ ਰਹੀਆਂ, ਕੋਈ ਸਿਲੈਕਟਡ ਆ ਰਹੇ ਉਹਦੇ ਬਾਰੇ ਕੀ?